ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਬਾਬਾ ਸ਼੍ਰੀ ਚੰਦਰ ਜੀ ਨਾਲ ਸੰਬੰਧਿਤ ਇੱਕ ਦਿਲਚਸਪ ਕਹਾਣੀ ਦੱਸਣ ਜਾ ਰਹੇ ਹਾਂ। ਇਹ ਕਹਾਣੀ ਬਾਬਾ ਸ਼੍ਰੀ ਚੰਦਰ ਜੀ ਜਦੋਂ ਅਫਗਾਨਿਸਤਾਨ ਵਿੱਚ ਭਗਤੀ ਵਿੱਚ ਲੀਨ ਸਨ ਉਸ ਸਮੇਂ ਦੀ ਹੈ। ਅਫਗਾਨਿਸਤਾਨ ਦਾ ਰਾਜਾ ਕਾਮਰਾਨ ਸੀ। ਉਸਨੇ ਹਿੰਦੂ ਧਰਮ ਦੇ ਪਾਠ ਪੂਜਾ ਕਰਨ, ਸ਼ੰਖ ਵਜਾਉਣ, ਘੜਿਆਲ ਵਜਾਉਣ ਅਤੇ ਹਵਨ ਕਰਨ ਉੱਤੇ ਪਾਬੰਦੀ ਲਗਾਈ ਹੋਈ ਸੀ। ਨਾ ਕੋਈ ਸ਼ੰਖ ਵਜਾ ਸਕਦਾ ਸੀ, ਨਾ ਕੋਈ ਧੂਫ ਅਗਰਬੱਤੀ ਕਰ ਸਕਦਾ ਸੀ, ਨਾ ਹੀ ਕੋਈ ਘੜਿਆਲ ਵਜਾ ਸਕਦਾ ਸੀ। ਉਸ ਸਮੇਂ ਬਾਬਾ ਸ਼੍ਰੀ ਚੰਦਰ ਜੀ ਕਾਬਲ ਆਏ ਹੋਏ ਸਨ। ਉਸ ਸਮੇਂ ਆਸ-ਪਾਸ ਬਹੁਤ ਜ਼ਿਆਦਾ ਜੰਗਲ ਸੀ। ਬਾਬਾ ਸ਼੍ਰੀ ਚੰਦਰ ਜੀ ਧੂਣੀ ਲਗਾ ਕੇ ਉੱਥੇ ਬੈਠੇ ਹੋਏ ਸਨ। ਆਲੇ ਦੁਆਲੇ ਪੰਛੀ, ਮੋਰ, ਸ਼ੇਰ, ਬਘਿਆੜ, ਚੀਤੇ, ਬੱਕਰੀਆਂ ਧੂਣੇ ਦੇ ਆਲੇ ਦੁਆਲੇ ਇਕੱਠੇ ਹੋ ਕੇ ਬਾਬਾ ਸ਼੍ਰੀ ਚੰਦਰ ਜੀ ਦਾ ਲੱਗਦਾ ਉਪਦੇਸ਼ ਸੁਣ ਰਹੇ ਸਨ। ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਉਪਦੇਸ਼ ਸੁਣ ਰਹੇ ਹੋਣ। ਸਾਰੇ ਜਾਨਵਰ ਬਹੁਤ ਆਨੰਦ ਪ੍ਰਾਪਤ ਕਰ ਰਹੇ ਸਨ। ਭਾਈ ਕਮਲੀਆ ਜੀ ਵੀ ਉਹਨਾਂ ਦੇ ਨਾਲ ਬੈਠੇ ਹੋਏ ਸਨ। ਉੱਥੇ ਇੱਕ ਬ੍ਰਾਹਮਣ ਲਛਮਣ ਦੱਤ ਬਾਬਾ ਸ਼੍ਰੀ ਚੰਦਰ ਜੀ ਦੇ ਦਰਸ਼ਨਾਂ ਲਈ ਆਇਆ। ਉਹ ਬਾਬਾ ਸ਼੍ਰੀ ਚੰਦਰ ਜੀ ਦੇ ਦਰਸ਼ਨ ਕਰਕੇ ਕੋਲ ਬੈਠ ਗਿਆ ਅਤੇ ਆਨੰਦ ਪ੍ਰਾਪਤ ਕਰਨ ਲੱਗਾ। ਉਸ ਨੂੰ ਬਹੁਤ ਖੁਸ਼ੀ ਹੋਈ ਸੀ। ਉਸ ਨੂੰ ਇੰਝ ਲੱਗ ਰਿਹਾ ਸੀ ਕਿ ਜਿਵੇਂ ਉਹ ਸ਼ਿਵ ਸ਼ੰਕਰ ਦੇ ਦਰਸ਼ਨ ਕਰ ਰਿਹਾ ਹੋਵੇ। ਬ੍ਰਾਹਮਣ ਲਛਮਣ ਦਾਸ ਜਦੋਂ ਬਾਬਾ ਸ਼੍ਰੀ ਚੰਦਰ ਜੀ ਦੇ ਦਰਸ਼ਨ ਕਰਕੇ ਘਰ ਪੁੱਜਾ ਤਾਂ ਉਸ ਨੂੰ ਪਤਾ ਲੱਗਾ ਕਿ ਉਸਦੇ ਬੇਟੇ ਨੂੰ ਸਿਪਾਹੀ ਫੜ ਕੇ ਲੈ ਗਏ ਸਨ, ਕਿਉਂਕਿ ਉਸ ਨੇ ਲਛਮਣ ਦਾਸ ਦੇ ਜਾਣ ਦੇ ਪਿੱਛੋਂ ਸ਼ੰਖ ਵਜਾ ਦਿੱਤਾ ਸੀ। ਸ਼ੰਖ ਸਿਪਾਹੀਆਂ ਨੇ ਸੁਣ ਲਿਆ ਸੀ, ਇਸ ਕਰਕੇ ਉਸਦੇ ਬੇਟੇ ਨੂੰ ਸਿਪਾਹੀ ਫੜ ਕੇ ਲੈ ਗਏ ਸਨ। ਉਸ ਨੂੰ ਫੜ ਕੇ ਰਾਜੇ ਦੇ ਅੱਗੇ ਪੇਸ਼ ਕੀਤਾ ਗਿਆ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ। ਉਹ ਜ਼ਮੀਨ ਉੱਤੇ ਡਿੱਗ ਪਿਆ ਅਤੇ ਉਸ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰੇ। ਉਸ ਨੂੰ ਸਮਝ ਆਈ ਕਿ ਉਸਨੇ ਸੋਚਿਆ ਕਿ ਹੁਣ ਤਾਂ ਬਾਬਾ ਸ਼੍ਰੀ ਚੰਦਰ ਜੀ ਹੀ ਉਸ ਦੀ ਹੈਲਪ ਕਰ ਸਕਦੇ ਹਨ। ਉਹ ਵਾਪਸ ਬਾਬਾ ਸ਼੍ਰੀ ਚੰਦਰ ਜੀ ਦੇ ਕੋਲ ਆ ਗਿਆ ਅਤੇ ਬੇਨਤੀ ਕਰਨ ਲੱਗਾ ਕਿ ਮਹਾਰਾਜ, ਉਸਦੇ ਬੇਟੇ ਨੂੰ ਸਿਪਾਹੀ ਫੜ ਕੇ ਲੈ ਗਏ ਹਨ, ਕਿਉਂਕਿ ਰਾਜੇ ਨੇ ਸ਼ੰਖ ਵਜਾਉਣ ਉੱਤੇ ਪਾਬੰਦੀ ਲਗਾਈ ਹੋਈ ਸੀ। ਪਰ ਉਸਦੇ ਬੇਟੇ ਨੇ ਸ਼ੰਖ ਵਜਾ ਦਿੱਤਾ ਸੀ, ਇਸ ਲਈ ਉਸਦੇ ਬੇਟੇ ਨੂੰ ਰਾਜੇ ਦੇ ਸਿਪਾਹੀ ਫੜ ਕੇ ਲੈ ਗਏ ਹਨ। ਉਸਨੇ ਰੋਂਦੇ ਹੋਏ ਬਾਬਾ ਸ਼੍ਰੀ ਚੰਦਰ ਜੀ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ, ਰਾਜੇ ਨੇ ਕਿਹਾ ਹੈ ਕਿ ਉਹ ਆਪਣਾ ਧਰਮ ਪਰਿਵਰਤਨ ਕਰ ਲਏ, ਨਹੀਂ ਤਾਂ ਉਸ ਨੂੰ ਮਾਰ ਦਿੱਤਾ ਜਾਏਗਾ। ਬ੍ਰਾਹਮਣ ਦੀ ਫਰਿਆਦ ਸੁਣ ਕੇ ਬਾਬਾ ਸ਼੍ਰੀ ਚੰਦਰ ਜੀ ਨੂੰ ਉਸ 'ਤੇ ਦਇਆ ਆ ਗਈ ਅਤੇ ਬਾਬਾ ਸ਼੍ਰੀ ਚੰਦਰ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਤੁਸੀਂ ਘਬਰਾਓ ਨਾ, ਘਬਰਾਉਣ ਵਾਲੀ ਕੋਈ ਗੱਲ ਨਹੀਂ। ਆਪਣੇ ਬੇਟੇ ਨੂੰ ਕਹੋ ਕਿ ਧਰਮ ਛੱਡਣ ਦੀ ਕੋਈ ਜ਼ਰੂਰਤ ਨਹੀਂ ਹੈ। ਬਾਬਾ ਸ਼੍ਰੀ ਚੰਦਰ ਜੀ ਨੇ ਧੂਣੇ ਦੀ ਰਾਖ ਵਿੱਚੋਂ ਇੱਕ ਚੁਟਕੀ ਲੈ ਕੇ ਲਛਮਣ ਦੱਤ ਨੂੰ ਦੇ ਦਿੱਤੀ ਅਤੇ ਕਿਹਾ ਕਿ ਜਾ ਕੇ ਬਾਲਕ ਦੇ ਮੱਥੇ 'ਤੇ ਲਗਾ ਦਿਓ। ਨਾ ਬੱਚਾ ਧਰਮ ਛੱਡੇਗਾ, ਨਾ ਹੀ ਬੱਚਾ ਪ੍ਰਾਣ ਛੱਡੇਗਾ। ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਬ੍ਰਾਹਮਣ ਨੇ ਬਾਬਾ ਸ਼੍ਰੀ ਚੰਦਰ ਜੀ ਦੁਆਰਾ ਦਿੱਤੀ ਹੋਈ ਰਾਖ ਦੀ ਚੁਟਕੀ ਆਪਣੇ ਪੱਲੇ ਬੰਨ੍ਹ ਲਈ ਅਤੇ ਰਾਜੇ ਦੇ ਦਰਬਾਰ ਪਹੁੰਚ ਗਿਆ। ਉਸ ਨੇ ਸਿਪਾਹੀਆਂ ਨੂੰ ਕਿਹਾ ਕਿ ਉਹ ਆਪਣੇ ਬੱਚੇ ਨੂੰ ਸਮਝਾਉਣਾ ਚਾਹੁੰਦਾ ਹੈ। ਸਿਪਾਹੀਆਂ ਨੇ ਉਸ ਨੂੰ ਬੱਚੇ ਨੂੰ ਮਿਲਣ ਦੀ ਪਰਮਿਸ਼ਨ ਦੇ ਦਿੱਤੀ। ਫਿਰ ਉਹ ਬ੍ਰਾਹਮਣ ਆਪਣੇ ਬੇਟੇ ਦੇ ਕੋਲ ਚਲਾ ਗਿਆ। ਜਦੋਂ ਬਾਬਾ ਸ਼੍ਰੀ ਚੰਦਰ ਜੀ ਦੁਆਰਾ ਦਿੱਤੀ ਹੋਈ ਰਾਖ ਉਸਦੇ ਮੱਥੇ 'ਤੇ ਲਗਾਈ ਗਈ ਤਾਂ ਉਸ ਵਿੱਚ ਇੱਕਦਮ ਚਮਕ ਆ ਗਈ। ਉਹ ਸਿਪਾਹੀਆਂ ਨੂੰ ਬੋਲਣ ਲੱਗਾ ਕਿ ਮੈਂ ਇੱਕ ਬ੍ਰਾਹਮਣ ਦਾ ਪੁੱਤਰ ਹਾਂ, ਮੈਨੂੰ ਕੋਈ ਵੀ ਧਰਮ ਛੱਡਣ ਲਈ ਮਜਬੂਰ ਨਹੀਂ ਕਰ ਸਕਦਾ। ਮੈਂ ਆਪਣੇ ਧਰਮ ਦੇ ਉੱਤੇ ਅਡਿੱਗ ਰਹਾਂਗਾ। ਇਹ ਸੁਣ ਕੇ ਰਾਜੇ ਨੂੰ ਗੁੱਸਾ ਆ ਗਿਆ। ਉਸਨੇ ਜਲਾਦ ਨੂੰ ਕਿਹਾ ਕਿ ਉਸ ਉੱਤੇ ਤਲਵਾਰ ਚਲਾਈ ਜਾਏ। ਜਦੋਂ ਜਲਾਦ ਨੇ ਬੱਚੇ ਉੱਤੇ ਤਲਵਾਰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੁੱਤ ਬਣ ਗਿਆ। ਆਲੇ ਦੁਆਲੇ ਖੜ੍ਹੇ ਸਿਪਾਹੀ ਵੀ ਸਾਰੇ ਬੁੱਤ ਬਣ ਗਏ। ਜਦੋਂ ਇਹ ਸਿਪਾਹੀਆਂ ਦਾ ਹਾਲ ਰਾਜੇ ਨੇ ਦੇਖਿਆ ਤਾਂ ਰਾਜੇ ਨੇ ਬਹੁਤ ਜ਼ਿਆਦਾ ਹੈਰਾਨੀ ਵਿੱਚ ਪੁੱਛਿਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਲਾਗੋਂ ਖੜ੍ਹੇ ਇੱਕ ਵਜ਼ੀਰ ਨੇ ਕਿਹਾ ਕਿ ਇਹ ਮਹਾਰਾਜ, ਇਹ ਹਿੰਦੂ ਪੀਰ ਦੀ ਸ਼ਕਤੀ ਲੱਗਦੀ ਹੈ, ਕਿਉਂਕਿ ਉਸ ਨੇ ਇੱਕ ਹਿਰਨ ਨੂੰ ਜਿੰਦਾ ਕੀਤਾ ਸੀ। ਇਹ ਪੀਰ ਜੰਗਲਾਂ ਵਿੱਚ ਬੈਠਾ ਹੋਇਆ ਹੈ ਅਤੇ ਧੂਣੀ ਲਗਾ ਕੇ ਬੈਠੇ ਹੋਏ ਹਨ। ਹੁਣ ਇਹ ਸਿਪਾਹੀ ਉਦੋਂ ਹੀ ਠੀਕ ਹੋ ਸਕਦੇ ਹਨ ਮਹਾਰਾਜ, ਜਦੋਂ ਤੁਸੀਂ ਉਸ ਪੀਰ ਕੋਲ ਜਾ ਕੇ ਮੁਆਫੀ ਮੰਗੋਗੇ ਤਾਂ ਹੀ ਇਹ
ਠੀਕ ਹੋ ਸਕਦੇ ਹਨ, ਨਹੀਂ ਤਾਂ ਇਹਨਾਂ ਨੂੰ ਕੋਈ ਹੋਰ ਠੀਕ ਨਹੀਂ ਕਰ ਸਕਦਾ ਮਹਾਰਾਜ। ਇਹ ਸੁਣ ਕੇ ਬਾਦਸ਼ਾਹ ਨੂੰ ਆਪਣੀ ਗਲਤੀ ਅਹਿਸਾਸ ਹੋਈ ਅਤੇ ਉਹ ਬਾਬਾ ਸ਼੍ਰੀ ਚੰਦਰ ਜੀ ਦੇ ਦਰਸ਼ਨ ਕਰਨ ਲਈ ਧੂਣੀ 'ਤੇ ਪਹੁੰਚ ਗਿਆ। ਉਹ ਨਮਸਕਾਰ ਕਰਕੇ ਬਾਬਾ ਸ਼੍ਰੀ ਚੰਦਰ ਜੀ ਦੇ ਕੋਲ ਬੈਠ ਗਿਆ। ਤਦ ਬਾਬਾ ਸ਼੍ਰੀ ਚੰਦਰ ਜੀ ਦੀ ਮਿਹਰ ਨਾਲ ਸਾਰੇ ਸਿਪਾਹੀ ਠੀਕ ਹੋ ਗਏ। ਬਾਬਾ ਸ਼੍ਰੀ ਚੰਦਰ ਜੀ ਨੇ ਰਾਜੇ ਨੂੰ ਉਪਦੇਸ਼ ਦਿੱਤਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਹਰ ਜੀਵ, ਜਲਵਾਯੂ, ਧੁੱਪ, ਛਾਂ, ਜ਼ਮੀਨ, ਆਸਮਾਨ ਇੱਕ ਹੀ ਅੱਲਾ ਦੇ ਬਣਾਏ ਹੋਏ ਹਨ। ਸਭ ਧਰਮਾਂ ਦੇ ਬੰਦੇ ਇੱਕ ਹੀ ਨੂਰ ਤੋਂ ਉਪਜੇ ਹਨ। ਇੱਕੋ ਖੁਰਾਕ, ਇੱਕੋ ਮੂੰਹ, ਇੱਕੋ ਜਿਹੇ ਪੈਰ ਬਖਸ਼ੇ ਹਨ, ਤਾਂ ਵਿਤਕਰਾ ਕਿਉਂ ਕਰਨਾ ਚਾਹੀਦਾ ਹੈ? ਅੱਲਾਹ ਪਾਕ ਦੀ ਬਣਾਈ ਖਲਕਤ ਨੂੰ ਤੰਗ ਕਰਨ ਵਾਲਾ ਹੁਕਮਰਾਨ ਕਦੇ ਸੁਖੀ ਨਹੀਂ ਰਹਿ ਸਕਦਾ। ਬਾਬਾ ਸ਼੍ਰੀ ਚੰਦਰ ਜੀ ਦੇ ਇਹ ਸ਼ਬਦ ਸੁਣ ਕੇ ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸਨੇ ਬਾਬਾ ਸ਼੍ਰੀ ਚੰਦਰ ਜੀ ਕੋਲੋਂ ਮਾਫ਼ੀ ਮੰਗੀ ਅਤੇ ਬ੍ਰਾਹਮਣੀ ਦੇ ਬੇਟੇ ਨੂੰ ਆਜ਼ਾਦ ਕਰ ਦਿੱਤਾ। ਬਾਬਾ ਸ਼੍ਰੀ ਚੰਦਰ ਜੀ ਦੇ ਕਹਿਣ ਦੇ ਅਨੁਸਾਰ ਉਸਨੇ ਹਿੰਦੂ ਧਰਮ ਤੋਂ ਪਾਬੰਦੀਆਂ ਚੁੱਕ ਲਈਆਂ। ਬ੍ਰਾਹਮਣ ਦਾ ਬੇਟਾ ਅਤੇ ਬ੍ਰਾਹਮਣ ਬਾਬਾ ਸ਼੍ਰੀ ਚੰਦਰ ਜੀ ਦੇ ਦਰਸ਼ਨਾਂ ਲਈ ਆਏ ਅਤੇ ਬਾਬਾ ਸ਼੍ਰੀ ਚੰਦਰ ਜੀ ਨੂੰ ਨਮਸਕਾਰ ਕਰਕੇ ਖੁਸ਼ੀ ਆਪਣੇ ਘਰ ਚਲੇ ਗਏ। ਇਹ ਕਹਾਣੀ ਬਾਬਾ ਸ਼੍ਰੀ ਚੰਦਰ ਜੀ ਨਾਲ ਸੰਬੰਧਿਤ ਅਫਗਾਨਿਸਤਾਨ ਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦੀ ਜੈ।